चल जे तो शुरू कर रहे बेटा, ठीक है। नैक्सट पार्ट थोड़े चैप्टर का हैगा थर्ड सी आ। थर्ड सी के अंदर अगला पार्ट जिहड़ा आ जांदा वो टॉपिक हैगा अर्थ मैग्नेटिज्म। अर्थ मैग्नेटिज्म कह दो या इहदा दूजा नाम लिख ला पुत, असीं इहनूं नाम दे देने टेरेस्ट्रियल मैग्नेटिज्म। टेरेस्ट्रियल बेसिकली असीं ऐसे अर्थ नूं ही रिप्रेजेंट करने यूज करते हैं वर्ड। कहंदा बच्चे टॉपिक है अर्थ मैग्नेटिज्म। जे असीं जस्टिफाई करिए तो कहंदा जी की टर्म मैनूं दस दी है। ਅਸੀਂ ਇਹ ਕਹਿ ਰਹੇ ਹਾਂ ਕਿ ਵੀ ਐਸ ਸੱਚ ਅਰਥ ਆਪਣੇ ਆਪ ਦੇ ਅਕ੍ਰੋਸ ਅਸੀਂ ਡਿਫਾਈਨ ਕਰਦੇ ਇਟ ਬਿਹੇਵ ਲਾਈਕ ਅ ਮੈਗਨੇਟ। ਉਹ ਕਹਿੰਦਾ ਜੀ ਇਫ ਅਰਥ ਸ਼ੁੱਡ ਬਿਹੇਵ ਲਾਈਕ ਅ ਮੈਗਨੇਟ ਦੈਨ ਹਾਊ ਵਿਲ ਯੂ ਜਸਟੀਫਾਈ ਕਿ ਅਰਥ ਬਿਹੇਵ ਐਜ਼ ਅ ਮੈਗਨੇਟ। ਤੇ ਉਹਦੇ ਲਈ ਸਾਡੇ ਕੋਲ ਕੁਝ ਐਕਸਪੈਰੀਮੈਂਟਲ ਐਵੀਡੈਂਸਸ ਹੈਗੇ ਨੇ ਜਿਹਦੇ ਬਿਹਾਫ ਤੇ ਉੱਤੇ ਅਸੀਂ ਡਿਫਾਈਨ ਕਰ ਦਿੰਦੇ ਆ ਕਿ ਵੀ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ। ਉਹਦੇ ਲਈ ਅਸੀਂ ਫਿਰ ਡਿਫਾਈਨ ਕਰਦੇ ਹਾਂ ਦ ਫਿਨੋਮੀਨਾ ਆਫ ਸਟੱਡੀ ਆਫ, ਕਹਿੰਦਾ ਜੀ ਮੈਗਨੇਟਿਜ਼ਮ produced due to earth is called as the terrestrial magnetism, and the experimental evidence, ठीक है, which prove that कि भी earth should behave as a magnet, ठीक है, are given as, कहना जो ना first मेरे को experiment आ जाता whenever a magnet is freely suspended, whenever a magnet is freely suspended, or we have a compass needle or we can say magnetic needle, whenever it is freely suspended it always come to rest in north south direction। ਅਸੀਂ ਕਹਿੰਦੇ ਕਿ ਜਿਹੜੀ ਮੈਗਨੇਟ ਨੂੰ ਮੈਂ ਫ੍ਰੀਲੀ ਸਸਪੈਂਡ ਕੀਤਾ ਇਹਨੂੰ ਮੈਂ ਐਸਾ ਥ੍ਰੈਡ ਨਾਲ ਬੰਨ ਕੇ ਜਦੋਂ ਵੀ ਇਹਨੂੰ ਪੁੱਤ ਮੈਂ ਘੁਮਾ ਕੇ ਛੱਡਾਂਗਾ ਹਨਾ, ਜਿੱਧਰ ਮਰਜ਼ੀ ਘੁਮਾ ਕੇ ਛੱਡਾਂ, ਫਾਈਨਲੀ ਇਹਨੇ ਜਦੋਂ ਕਿਸੇ ਡਾਇਰੈਕਸ਼ਨ 'ਚ ਆ ਕੇ ਰੁਕਣਾ ਉਹ ਅਰਥ ਦੀ ਨਾਰਥ ਸਾਊਥ ਡਾਇਰੈਕਸ਼ਨ। ਫਿਰ ਉਹਦੇ ਵਿੱਚ ਵੀ ਜੇ ਮੈਂ ਇਹਦੇ ਨਾਰਥ ਪੋਲ ਨੂੰ ਪਰੇ ਕਰਕੇ ਰਿਪੈਲ ਕਰਾਂ ਇਹਨੂੰ ਮਤਲਬ ਇਧਰੋਂ ਧੱਕਾ ਮਾਰਾਂ ਇਹ ਫੇਰ ਵਾਪਸ ਉੱਤੇ ਆਉਂਦੀ। ਉਹ ਕਹਿੰਦਾ ਜੀ ਫਿਰ ਇਹਦਾ ਬੇਸਿਕ ਕਾਜ਼ ਕੀ ਹੈ। ਜੇ ਅਸੀਂ ਇਹ ਅਸਿਊਮ ਕਰੀਏ ਕਿ ਵੀ ਇਸ ਮੈਗਨੇਟ ਦੇ ਨੀਅਰ ਬਾਏ ਕੋਈ ਹੋਰ ਮੈਗਨੇਟ ਹੋਏਗੀ ਜਿਹਦੇ ਮੈਗਨੈਟਿਕ ਪੋਲ ਜਿਹੜੇ ਨੇ ਹਨਾ ਉਹ ਇਸ ਮੈਗਨੇਟ ਨੂੰ ਅਟਰੈਕਟ ਕਰਦੇ, ਤੇ ਮੈਂ ਸੇਮ ਐਕਸਪੈਰੀਮੈਂਟ ਕਿਸੇ ਦੂਜੇ ਪਲੇਸ ਤੇ ਜਾ ਕੇ ਕਿਸੇ ਦੂਸਰੇ ਸਿਟੀ 'ਚ ਜਾ ਕੇ ਜਾਂ ਲੋਕੇਸ਼ਨ ਤੇ ਜਾ ਕੇ ਫਿਰ ਰਿਪੀਟ ਕਰਾਂ ਤੇ ਅਗੇਨ ਰਿਜ਼ਲਟ ਮੇਰੇ ਸੇਮ ਆ ਰਹੇ ਆ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਅਰਥ ਆਪਣੇ ਆਪ ਦੇ ਅੰਦਰ ਆਪਣਾ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਰਹੀ ਆ ਔਰ ਅਰਥ ਦਾ ਮੈਗਨੈਟਿਕ ਫੀਲਡ ਜਿਹੜਾ ਵਾ ਉਹਦੇ ਮੈਗਨੈਟਿਕ ਪੋਲ ਤੁਹਾਡੇ ਗਿਵਨ ਬਾਰ ਮੈਗਨੇਟ ਦੇ ਮੈਗਨੈਟਿਕ ਪੋਲ ਦੇ ਨਾਲ ਇੰਟਰੈਕਸ਼ਨ ਬਣਾਉਂਦੇ ਪਏ। ਇਟ ਮੀਨਸ देयर इज एन इंटरेक्शन बिटवीन द टू मैग्नेटिक पोल्स, ठीक है, which are to be कहना जी present on the earth surface। ਅਸੀਂ ਮੰਨਦੇ ਅਰਥ ਦੇ ਉੱਤੇ ਉਹਦੇ ਦੋ ਮੈਗਨੈਟਿਕ ਪੋਲ ਆ, ਜਿੱਧਰ ਨੂੰ ਸਾਡੀ ਮੈਗਨੇਟ ਦਾ ਨਾਰਥ ਰੁਕੇਗਾ, ਜਿੱਧਰ ਨੂੰ ਸਾਡੀ ਮੈਗਨੇਟ ਦਾ ਨਾਰਥ ਰੁਕੇਗਾ ਹਮੇਸ਼ਾ ਉਸ ਡਾਇਰੈਕਸ਼ਨ 'ਚ ਅਸੀਂ ਕੰਸੀਡਰ ਕਰਦੇ ਅਰਥ ਦੀ ਮੈਗਨੇਟ ਦਾ ਸਾਊਥ ਹੀ ਹੋਏਗਾ, ਨਾਰਥ ਨਹੀਂ ਹੋਏਗਾ। ਕਿਉਂ? ਜੇ ਨਾਰਥ ਹੋਵੇ ਨਾਰਥ ਨਾਰਥ ਨੂੰ ਰਿਪੈਲ ਕਰੇ, ਇਹ ਇਹਨੂੰ ਐਸ ਸੱਚ ਇਕੁਇਲਿਬਰੀਅਮ ਦੀ ਸਟੇਟ 'ਚ ਇੱਥੇ ਰੁਕਣ ਨਾ ਦੇਵੇ, ਤੇ ਜੇ ਇਹ ਡਿਫਲੈਕਟ ਨਹੀਂ ਹੁੰਦੀ ਪਈ ਆਪਣੀ ਥਾਂ ਤੇ ਰੁਕਦੀ ਆ ਬਾਹਰ ਮੈਗਨੇਟ, ਤੇ ਇਹਦਾ ਮਤਲਬ ਜ਼ਰੂਰ ਇਹਦੇ ਨਾਰਥ ਪੋਲ ਨੂੰ ਇਸ ਸਾਈਡ ਤੋਂ ਕਿਸੇ ਨੇ ਅਟਰੈਕਟਿਵ ਫੋਰਸ ਲਗਾਈ ਹੈ। ਸਿਮਿਲਰਲੀ ਇਹਦੇ ਸਾਊਥ ਪੋਲ ਨੂੰ ਦੂਜੇ ਐਂਡ ਤੋਂ ਕਿਸੇ ਨੇ ਫੋਰਸ ਲਗਾਈ ਹੈ। ਉਹ ਅਟਰੈਕਟਿਵ ਫੋਰਸਿਸ ਦੇ ਕਰਕੇ ਅਸੀਂ ਡਿਫਾਈਨ ਕਰਦੇ ਕਿ ਜਿਸ ਪਾਸੇ ਨੂੰ ਬਾਹਰ ਮੈਗਨੇਟ ਦਾ ਨਾਰਥ ਪੋਲ ਆ ਕੇ ਰੁਕੇਗਾ ਉਸ ਪਾਸੇ ਨੂੰ ਅਰਥ ਦੀ ਮੈਗਨੇਟ ਦਾ ਸਾਊਥ ਪੋਲ ਹੋਏਗਾ, ਠੀਕ ਹੈ। ਤੇ ਫਿਰ ਜੇ ਅਰਥ ਦੀ ਮੈਗਨੇਟ ਦੇ ਸਾਊਥ ਨਾਰਥ ਪੋਲ ਹੈਗੇ ਆ ਤੇ ਵੀ ਸੈਡ ਅਰਥ ਸ਼ੁੱਡ ਬਿਹੇਵ ਐਜ਼ ਅ ਮੈਗਨੇਟ। that is one of the experimental evidence, ठीक है, which define कि earth should कहना जी possess the magnetism। क्या first experimental evidence समझ लग गया? Yes sir। Yes sir। चलो सेकंड एविडेंस ये आ जाता वो कहना जी जे तुहाडे कोल एस सच किसे असी एक फेरोमैग्नेटिक मटीरियल ਨੂੰ ਲੈ ਲਈਏ, फेरोमैग्नेटिक ਦੇ ਵਿੱਚੋਂ ਆਪਾਂ एग्जांपल नॉर्मल हर वारी ਜਿਹੜੀ ਆ ਉਹ ਇੱਕ ਲੈ ਲੈਨੇ सॉफ्ट आयरन। कहना जी जे एक सॉफ्ट आयरन ਦਾ ਪੀਸ ਲਵਾਂ and that soft iron piece is buried inside the earth up to a certain distance, ठीक है, ਇਹਨੂੰ ਤੁਸੀਂ ਐਸ ਸੱਚ ਅਰਥ ਦੇ ਵਿੱਚ ਕਹਿੰਦਾ ਜੀ ਡੂੰਘਾ ਦੱਬ ਦਿੰਦੇ ਹੋ ਤੇ after certain interval of time we observe this कहना जी iron piece should behave like a magnet। ਤੇ if this iron piece should behave like a magnet then it means some magnetism must be induced in this कहना जी iron piece।
ਇਹਦਾ ਮਤਲਬ ਆ ਇਸ ਆਇਰਨ ਪੀਸ ਦੇ ਅੰਦਰ ਕੁਝ ਮੈਗਨੇਟਿਜ਼ਮ ਜਿਹੜਾ ਉਹ ਇੰਡਿਊਸ ਕੀਤਾ ਗਿਆ। ਕਹਿੰਦਾ ਇੰਡਿਊਸ ਕਿਹਨੇ ਕੀਤਾ? ਕੋਈ ਸੋਰਸ ਹੋਏਗਾ ਮੈਗਨੇਟਿਜ਼ਮ ਦਾ। ਜੇ ਹੁਣ ਮੈਂ ਕਹਾਂ ਕਿ ਵੀ ਆ ਮੇਰੇ ਕੋਲ ਚੌਕ ਜਿਹੜਾ ਫੜਿਆ ਹਨਾ, ਇਹ ਐਸ ਚ ਨਿਊਟਰਲ ਸੀਗਾ, ਆ ਇੱਕ ਚਾਰਜ ਪੈਨ ਇਹਦੇ ਕੋਲ ਮੈਂ ਲੈ ਕੇ ਆਇਆ ਤੇ ਥੋੜੀ ਦੇਰ ਬਾਅਦ ਮੈਂ ਦੇਖਿਆ ਚੌਕ ਨੂੰ ਇਹ ਅਟਰੈਕਟ ਕਰਨ ਲੱਗ ਗਿਆ ਤੇ ਅਸੀਂ ਫਿਰ ਵਰਡ ਇਹ ਬੋਲਦੇ ਕਿ ਇਸ ਪੈਨ ਜਿਹੜਾ ਕਿ ਪੋਜ਼ਿਟਿਵਲੀ ਚਾਰਜ ਆ, ਇਹ ਸੋਰਸ ਆਫ ਚਾਰਜ ਹੋ ਗਿਆ, ਇਹਨੇ ਇਸ ਕਹਿੰਦਾ ਜੀ ਚੌਕ ਦੇ ਅੰਦਰ ਚਾਰਜ ਇੰਡਿਊਸ ਕੀਤਾ। ਇਨ ਦਾ ਸਿਮਿਲਰ ਵੇ ਜੇ ਮੈਂ ਅਰਥ ਦੇ ਅੰਦਰ ਇਸ ਸੌਫਟ ਆਇਰਨ ਰੋਡ ਨੂੰ ਦਬਦਾ ਪਿਆ ਵਾਂ ਔਰ ਕੁਝ ਟਾਈਮ ਬਾਅਦ ਜਾ ਕੇ ਜੇ ਇਹਨੂੰ ਬਾਹਰ ਕੱਢਣ ਤੇ ਇਹਦਾ ਬਿਹੇਵੀਅਰ ਮੈਗਨੈਟਿਕ ਹੋ ਜਾਂਦਾ ਤੇ ਇਹਦਾ ਮਤਲਬ ਇਹ ਚ ਕੁਝ ਮੈਗਨੇਟਿਜ਼ਮ ਇੰਡਿਊਸ ਕੀਤਾ ਗਿਆ। ਉਹ ਕਹਿੰਦਾ ਫਿਰ ਇਸ ਮੈਗਨੇਟ ਦੇ ਇਹਦੇ ਆਇਰਨ ਪੀਸ ਦੇ ਅੰਦਰ ਜਿਹਨੇ ਮੈਗਨੇਟਿਜ਼ਮ ਇੰਡਿਊਸ ਕੀਤਾ ਹੋਏਗਾ ਇਟ ਸ਼ੁੱਡ ਬੀ ਕਹਿੰਦਾ ਜੀ ਮੈਗਨੇਟ। ਤੇ ਇਹਦਾ ਮਤਲਬ ਆ ਅਰਥ ਸ਼ੁੱਡ ਹੈਵ ਸਮ ਮੈਗਨੇਟਿਜ਼ਮ, ਠੀਕ ਹੈ, ਵਿਚ ਵਿਲ ਬੀ ਇੰਡਿਊਸਡ ਇਨਸਾਈਡ ਦਿਸ ਕਹਿੰਦਾ ਜੀ ਆਇਰਨ ਪੀਸ। ਇਹਦਾ ਮਤਲਬ that is the second experimental evidence, ठीक है, to show earth behave as a magnet। क्या clear है निगल? Yes, sir. Yes, sir. थर्ड एक और प्रूफ ले लेने कहना जी if we have a bar magnet and a compass needle, ठीक है, and if we plot magnetic field line produced due to bar magnet, then what we observe, ठीक है, ਉਹਦੇ ਵਿੱਚ ਕੀ ਹੋਏਗਾ कि जे मेरे को ऐसा एक बार मैगनेट लवा, इस बार मैगनेट ते, ठीक है जी, जे तुसी ऐसा ਇਹਦੇ नॉर्थ साउथ पोल डिफाइन करके ਇੱਥੇ मैं एक कंपास नीडल रख लवा, ਇੱਥੇ मैं कंपास नीडल रख लवा ਤੇ ਅਸੀਂ ਕਹਿੰਦੇ ਜੀ कंपास नीडल ਜਿਹੜੀ ਹੋਏਗੀ ਉਹ ਆਪਣੇ ਆਪ ਚ ਇਸ ਵੇ ਨਾ ਸਾਊਥ ਨਾਰਥ ਦੇ ਅਕੋਰਡਿੰਗਲੀ ਨਾਰਥ ਦੇ ਨੀਅਰ ਬਾਈ ਸਾਊਥ ਪੋਲ ਆ ਜਾਣਾ ਅਟਰੈਕਟਿਵ ਫੋਰਸਸ ਕਰਕੇ। ਇੱਥੇ ਮੈਂ ਪੁਆਇੰਟ ਮਾਰਕ ਕਰ ਦੂੰਗਾ ਸਾਊਥ ਨਾਰਥ ਦੇ। ਇਸ ਤੋਂ ਬਾਅਦ ਇੱਥੋਂ ਨੀਡਲ ਚੁੱਕੂਗਾ, ਨੀਡਲ ਅਗਲੀ ਥਾਂ ਤੇ ਰੱਖੂਗਾ, ਕੁਝ ਨੀਡਲ ਇਸ ਵੇ ਨਾਲ ਅਲਾਈਨਡ ਹੋ ਜਾਏਗੀ। ਇਸੇ ਵੇ ਨਾਲ ਜੇ ਮੈਂ ਇੱਥੇ ਪੁਆਇੰਟ ਮਾਰਕ ਕਰਾਂ ਇਹ ਫੇਰ ਮੇਰੇ ਕੋਲ ਸਾਊਥ ਨਾਰਥ ਪੁਆਇੰਟ ਆ ਜੂ। ਇਹੀ ਪ੍ਰੋਸੈਸ ਜੇ ਮੈਂ ਕੰਟੀਨਿਊ ਕਰਦਾ ਚੱਲਾਂ, ਠੀਕ ਹੈ, ਜਦੋਂ ਮੈਂ ਇਹੀ ਲਾਈਨਸ ਡਰਾ ਕਰਦਾ ਜਾਵਾਂਗਾ ਤੇ ਬੇਟਾ ਇੱਕ ਚੀਜ਼ ਅਸੀਂ ਨੋਟ ਕਰਾਂਗੇ, ਆਈਦਰ ਔਨ ਦਾ ਐਕਸੀਅਲ ਲਾਈਨ ਆਫ ਬਾਰ ਮੈਗਨੇਟ, ਆਈਦਰ ਔਨ ਦਾ ਐਕਸੀਅਲ ਲਾਈਨ ਆਫ ਬਾਰ ਮੈਗਨੇਟ ਔਰ ਔਨ ਦਾ ਇਕੁਟੋਰੀਅਲ ਲਾਈਨ ਆਫ ਬਾਰ ਮੈਗਨੇਟ, ठीक है, बार मैग्नेट दी एक्सियल लाइन ते या बार मैग्नेट दी इक्वेटोरियल लाइन ते ड्यूरिंग प्लॉटिंग ऑफ मैग्नेटिक फील्ड लाइन वी ऑब्जर्व वन न्यूट्रल पॉइंट। न्यूट्रल पॉइंट का मतलब ये होएगा कि इस वेले आ नीडल इस साइड नु जे डिफ्लेक्ट हुई है ना ते एदा कॉज आ कि भी इस बार मैग्नेट दे मैग्नेटिक पोल जेडे ने वो ऐसा इस साउथ नु अट्रैक्ट ते नॉर्थ नु रिपेल करदे पे। ਤੇ ਇਸ ਪੂਰੀ ਮੈਗਨੈਟਿਕ ਲਾਈਨ ਨੂੰ ਪਲਾਟ ਕਰਦੇ ਹੋਏ ਅਸੀਂ ਅਬਜ਼ਰਵ ਕਰਾਂਗੇ ਕਿਸੇ ਇੱਕ ਪੁਆਇੰਟ ਤੇ, ਉਹ ਪੁਆਇੰਟ ਐਕਸੀਅਲ ਲਾਈਨ ਤੇ ਹੋ ਸਕਦਾ ਜਾਂ ਇਕੁਟੋਰੀਅਲ। ਉਹਦੀ ਕੰਡੀਸ਼ਨ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੀ ਬਾਰ ਮੈਗਨੇਟ ਨੂੰ ਰੱਖਣਾ ਵਾ, ਜਦੋਂ ਤੁਸੀਂ ਬਾਰ ਮੈਗਨੇਟ ਰੱਖਣੀ ਆ, ਜੇ ਆ ਮੇਰੇ ਕੋਲ ਅਰਥ ਦੇ ਨਾਰਥ ਸਾਊਥ ਪੋਲ ਆ ਗਏ, ਜੇ ਆ ਅਰਥ ਦੇ ਜਿਓਗ੍ਰਾਫਿਕ ਨਾਰਥ ਸਾਊਥ ਪੋਲ ਆ ਗਏ, ਮੈਂ ਮੈਗਨੈਟਿਕ ਪੋਲ ਨਹੀਂ ਕਹਿ ਰਿਹਾ, ਤੇ ਸਾਡੀ ਬਾਰ ਮੈਗਨੇਟ ਜਿਹੜੀ ਫ੍ਰੀਲੀ ਸਸਪੈਂਡ ਕੀਤੀ ਆ, ਜੇ ਇਹ ਫ੍ਰੀਲੀ ਸਸਪੈਂਡਡ ਮੈਗਨੇਟ ਦਾ ਨਾਰਥ ਪੋਲ, ਠੀਕ ਹੈ ਜੀ, ਸਾਡੇ ਜਿਓਗ੍ਰਾਫਿਕ ਨਾਰਥ ਵੱਲ ਹੋਵੇ ਜਾਂ ਸਾਡੀ ਫ੍ਰੀਲੀ ਸਸਪੈਂਡਡ ਮੈਗਨੇਟ ਦਾ ਸਾਊਥ ਪੋਲ ਉਹ ਇਸ ਜਿਓਗ੍ਰਾਫਿਕ ਨਾਰਥ ਪੋਲ ਵੱਲ ਹੋਵੇ, ਇਹਨਾਂ ਦੋ ਕੰਡੀਸ਼ਨਸ ਦੇ ਅੰਦਰ ਦੋ ਪਾਸੇ ਨੂੰ ਆਈਦਰ ਔਨ ਐਕਸੀਅਲ ਲਾਈਨ ਔਰ ਔਨ ਇਕੁਟੋਰੀਅਲ ਲਾਈਨ ਵਨ ਨਿਊਟਰਲ ਪੁਆਇੰਟ ਵਿਲ ਬੀ ਲੋਕੇਟਡ। उस न्यूट्रल पॉइंट ਦੇ ਉੱਤੇ ਅਸੀਂ ਇੱਕ ਚੀਜ਼ ਆਬਜ਼ਰਵ ਕਰਦੇ ਹਾਂ ਕਿ ਜਿਹੜੀ ਕੰਪਸ ਨੀਡਲ ਹੋਏਗੀ ਨਾ ਉਹ ਕਿਸੇ ਵੀ ਪਾਸੇ ਨੂੰ ਡਿਫਲੈਕਟ ਨਹੀਂ ਹੋਣੀ, ਉਹ ਫ੍ਰੀ ਉਸ ਮੂਵਮੈਂਟ ਤੇ ਬਿਹੇਵ ਦਿਖਾਉਂਦੀ, ਬਿਹੇਵੀਅਰ ਆਪਣਾ ਸ਼ੋ ਆਫ ਕਰਦੀ। ਜਿਹੜੀ ਨੀਡਲ ਜਿਹੜੀ ਆ ਉਹ ਫ੍ਰੀਲੀ ਸਸਪੈਂਡਡ ਹੋ ਜਾਂਦੀ, ਉੱਤੇ ਕਿਸੇ ਤਰ੍ਹਾਂ ਦੀ ਉਸ ਲਈ ਕੋਈ ਫੋਰਸ ਐਕਟ ਨਹੀਂ ਕਰਦੀ। ਤੇ ਜੇਕਰ ਐਸ ਸੱਚ ਮੰਨ ਲਓ ਆਹ ਵਾਲੀ ਕੰਡੀਸ਼ਨ ਬੋਲਾਂ ਕਿ ਵੀ ਇਸ ਵੇਲੇ ਇਕੁਟੋਰੀਅਲ ਲਾਈਨ ਤੇ ਉਹ ਪੁਆਇੰਟ ਆ, ਜਦੋਂ ਨੀਡਲ ਮੇਰੀ ਹੌਰੀਜ਼ੌਂਟਲ ਹੋ ਗਈ ਔਰ ਫ੍ਰੀਲੀ ਸਸਪੈਂਡਡ ਆ, ਹਨਾ, ਤੇ ਐਸ ਸੱਚ ਇਹਦਾ ਮਤਲਬ ਇਹ ਹੋਏਗਾ ਕਿ ਇਸ ਨੀਡਲ ਤੇ ਇਸ ਵੇਲੇ ਕੋਈ ਮੈਗਨੈਟਿਕ ਫੋਰਸ ਨਹੀਂ ਲਾਈ ਕਰ ਰਹੀ। ਉਹ ਕਹਿੰਦਾ ਵੀ ਹਾਊ ਇਜ਼ ਇਟ ਪੋਸੀਬਲ, ਤੇ ਆ ਮੈਗਨੇਟ ਹੈਗੀ ਆ, ਇਹਦਾ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਐਸ ਸੱਚ ਇਸ ਨੀਡਲ ਦੇ ਨਾਰਥ ਸਾਊਥ ਪੋਲ ਦੇ ਉੱਤੇ ਫੋਰਸਿਸ ਲਗਾ ਰਿਹਾ ਵਾ। ਯਾਨੀ ਬਾਰ ਮੈਗਨੇਟ ਦੇ ਨਾਰਥ ਸਾਊਥ ਪੋਲ ਜਿਹੜੇ ਆ ਉਹ ਮੈਗਨੈਟਿਕ ਨੀਡਲ ਦੇ ਨਾਰਥ ਸਾਊਥ ਪੋਲ ਤੇ ਫੋਰਸਿਸ ਲਗਾ ਰਹੇ ਆ, ਤੇ ਜੇ ਫੋਰਸ ਲਗਾ ਰਹੇ ਫਿਰ ਨੀਡਲ ਰਿਫਲੈਕਟ ਹੋਣੀ ਚਾਹੀਦੀ। ਉਹ ਕਹਿੰਦਾ ਇੱਕ ਕੰਡੀਸ਼ਨ ਚ ਨੀਡਲ ਰਿਫਲੈਕਟ ਨਹੀਂ ਹੋਈ, ਪਰ ਉਹ ਕੰਡੀਸ਼ਨ ਇਹ ਹੋਏਗੀ
जिन्नी मैग्नेटिक फोर्स इस वेले इस बार मैगनेट ने इस मैग्नेटिक नीडल के उत्ते अप्लाई की है, जिस डायरेक्शन च अप्लाई की है, जे किसी होर मैगनेट का मैग्नेटिक फील्ड, ठीक है, इस बार मैगनेट के मैग्नेटिक फोर्स तो उल्ट डायरेक्शन के अंदर, ओपोजिट डायरेक्शन के अंदर फोर्स लगा दे, ते उस मूवमेंट ते इस नीडल ते नेट फोर्स जीरो हो जाएगी। ते जे नीडल ते नेट फोर्स जीरो हो गई तो देन वी सेड कि दिस इज टू बी अ न्यूट्रल पॉइंट। क्या आ गल समझ लगी? यस सर। यस सर। जदा मैं एग्जांपल इदा कोड करना कि जे आ मान लो मेरे को दो कहना जी पॉजिटिव चार्ज गिवन आ, ते जे मैं एग्जैक्टली इस लाइन जॉइनिंग द टू चार्ज दे सेंटर ते आ भी दोनों दोनों दे दोनों चार्ज इक्वल स्ट्रेंथ दे, ठीक है, फिर इथे न्यूट्रल पॉइंट एग्जैक्ट मिडवे, जे अनइक्वल स्ट्रेंथ दे ते न्यूट्रल पॉइंट शिफ्ट टुवर्ड्स द हैवियर आ गया। वो कहना जी एज सच उस मूवमेंट ते जे आ न्यूट्रल पॉइंट आ, है ना, ते इस वेले इस न्यूट्रल पॉइंट ते जे मैं कोई भी चार्ज पार्टिकल रखा, मान लो +1 कूलम दा, ते वी सेड जिन्नी इस चार्ज ते इहने रिपल्सिव फोर्स थल्ले नु लगाई, ओनी ही इस चार्ज ने ऊपर नु लगाती, ते इहदे ते नेट फोर्स जीरो। ਇਹਦਾ मतलब न्यूट्रल पॉइंट जो आ रहा ते उदों दो फोर्सेस आपस में बैलेंस होंदियां होणगियां। इन द सिमिलर वे जे मैग्नेटिक नीडल दा इक्वेटोरियल लाइन ते या एक्सियल लाइन दे किसी पॉइंट ते जे न्यूट्रल पॉइंट तुहानू दिखदा पिया वा, तो कहना जी दिस न्यूट्रल पॉइंट इज ऑलवेज ड्यू टू कैंसलेशन ऑफ द टू मैग्नेटिक फोर्सेस। Out of the two magnetic forces, one force is produced by the bar magnet and other force should be produced by the second magnet. वो कहना जी where is the second magnet? इधर near by second magnet तो कोई नहीं हैगी। ते we said कि second magnet का role जेड़ा वो अर्थ play करदी पई। ਇਹਦਾ ਮਤਲਬ ਅਰਥ ਦੇ ਫਿਰ ਜਿਹੜੇ ਮੈਗਨੈਟਿਕ ਪੋਲਸ ਨੇ ਉਹਨੇ ਜਿਹੜੀ ਇੱਥੇ ਮੈਗਨੈਟਿਕ ਫੋਰਸ ਲਗਾਈ ਤੇ ਜਿਹੜੀ ਇਸ ਬਾਹਰ ਮੈਗਨੇਟ ਨੇ ਮੈਗਨੈਟਿਕ ਫੋਰਸਸ ਲਗਾਈਆਂ ਉਹ ਇੱਕ ਦੂਜੇ ਨਾਲ ਬੈਲੈਂਸ ਹੋ ਗਈਆਂ, ਜਿਹਦੇ ਕਰਕੇ ਮੇਰੇ ਕੋਲ ਇਹ ਨਿਊਟਰਲ ਪੁਆਇੰਟ ਮੇਰੇ ਕੋਲ ਜਿਹੜਾ ਉਹ ਲੋਕੇਟ ਹੋਏਗਾ। ਕੀ ਆ ਗੱਲ ਸਮਝ ਲੱਗੀ? यस सर। यस सर। ਇਹਦਾ ਮਤਲਬ ਇਹ ਹੋ ਗਿਆ ਕਿ ਫਿਰ ਇਸ ਪੁਆਇੰਟ ਤੇ ਇੱਕ ਜੇ ਮੈਗਨੈਟਿਕ ਫੀਲਡ ਬਾਹਰ ਮੈਗਨੇਟ ਦਾ ਵਾ ਬੇਟਾ, ਤੇ ਸੈਕਿੰਡ ਮੈਗਨੈਟਿਕ ਫੀਲਡ ਜਿਹੜਾ ਇਟ ਮਸਟ ਬੀ ਡਿਊ ਟੂ ਅਰਥ। all these experimental evidences show that कि earth should possess some magnetic field, or if earth possess some magnetic field it means earth should behave like a magnet. any gal clear? यस सर। यस सर। यस सर। यस सर। अर्थ जे ਅਸੀਂ ਕਹਿੰਦੇ ਹੁਣ अर्थ मैग्नेट ਦੀ ਤਰ੍ਹਾਂ ਬਿਹੇਵ ਕਰਦੀ ਆ ਤੇ अर्थ ਦੇ ਮੈਗਨੇਟਿਜ਼ਮ ਦਾ ਕਾਜ਼ ਕੀ ਹੋਏਗਾ? ठीक है जी। क्या ਅਸੀਂ अर्थ ਜੇ ਅਸੀਂ ਕਹਿੰਦੇ ਮੈਗਨੇਟ ਆ, ਹੁਣ ਜੇ ਆ ਇੱਥੇ ਮਤਲਬ ਮੈਗਨੈਟਿਕ ਫੀਲਡ ਆ, ਇਹ ਕਹਿੰਦਾ ਜੀ ਇਸ ਬਾਰ ਮੈਗਨੇਟ ਦਾ, ਉਹ ਕਹਿੰਦਾ ਜੇ अर्थ ਦਾ ਮੈਗਨੈਟਿਕ ਫੀਲਡ ਆ ਤੇ ਫਿਰ अर्थ ਦੇ ਅੰਦਰ ਕਿਹੜੀ ਮੈਗਨੇਟ ਪਈ ਆ, ਉਹਦੀ ਮੈਗਨੇਟਿਜ਼ਮ ਦੇ ਜਨਰੇਟ ਹੁੰਦਾ ਕਾਜ਼ ਕੀ ਆ? ਤੇ ਬੇਟਾ ਉਹਦੇ ਲਈ ਐਸ ਸੱਚ ਸਾਡੇ ਕੋਲ ਡਿਫਰੈਂਟ ਪੋਸੀਬਲ ਐਕਸਪਲੇਨੇਸ਼ਨਸ ਨੇ, मतलब एग्जैक्ट थ्योरी कोई नहीं गिवन, ठीक है, बट ਉਹਦੀਆਂ डिफरेंट थ्योरीज ਜਿਹੜੀਆਂ ਨੇ ਉਹ ਐਸ ਸੱਚ ਅਸਿਊਮ ਕੀਤੀਆਂ ਗਈਆਂ। ਉਹਨਾਂ ਵਿੱਚੋਂ ਇੱਕ ਪ੍ਰਪੋਜ਼ਡ ਥਿਊਰੀ ਸਭ ਤੋਂ ਪਹਿਲਾਂ ਜਿਹੜੀ ਸੀਗੀ ਉਹ ਇਹ ਸੀਗੀ ਕਿ ਵੀ ਅਸਿਊਮ ਕਿ ਵੀ ਅਰਥ ਦੇ ਅੰਦਰ ਜਿਹੜਾ ਆਇਰਨ ਹੈਗਾ ਫੈਰੋਮੈਗਨੈਟਿਕ ਆ ਜਿਹੜਾ ਹੈ ਨਾ, ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ, ਜਾਂ ਅਸੀਂ ਇਹ ਕਹਿ ਦਿੰਦੇ ਸੀ ਕਿ ਅਰਥ ਦੇ ਡੀਪਲੀ ਅਰਥ ਦੀ ਕੋਰ ਦੇ ਅੰਦਰ ਅਸੀਂ ਅਸਿਊਮ ਕਰਦੇ ਸੀਗੇ ਅਰਥ ਦੀ ਕੋਰ ਦੇ ਅੰਦਰ ਇੱਕ ਹਿਊਜ ਮੈਗਨੇਟ ਜਿਹੜੀ ਆ ਉਹ ਦੱਬੀ ਹੋਈ ਆ, ਤੇ ਉਹ ਅਰਥ ਦੇ ਅੰਦਰ ਜਿਹੜੀ ਹਿਊਜ ਮੈਗਨੇਟ ਆ, ਠੀਕ ਹੈ, that will produce the magnetism। बट इस थ्योरी ਨੂੰ ਅਸੀਂ ਡਿਸਕਾਰਡ ਕਰ ਦਿੱਤਾ ਇੱਕ ਪ੍ਰੋਪਰਟੀ ਦੇ ਸਿਰ ਤੇ, ਔਰ ਉਹ ਪ੍ਰੋਪਰਟੀ ਹੈ ਕਿ ਵੀ ਜੇ ਮੇਰੇ ਕੋਲ ਇੱਕ ਬਾਰ ਮੈਗਨੇਟ ਹੋਵੇ ਤੇ ਇਹਨੂੰ ਮੈਂ ਚੁੱਕ ਕੇ ਅੱਗ 'ਚ ਸੁੱਟ ਦਵਾਂ ਤੇ ਵੀ ਅਬਜ਼ਰਵ ਕਿ ਵੀ ਆਫਟਰ ਸਮ ਟਾਈਮ ਜੇ ਇਹਨੂੰ ਮੈਂ ਅੱਗ 'ਚੋਂ ਕੱਢਾਂ ਤੇ ਇਟ ਜਸਟ ਬੀ ਅ ਪੀਸ ਆਫ ਐਨ ਆਇਰਨ, ਇਹ ਆਇਰਨ ਦਾ ਪੀਸ ਰਹਿ ਗਿਆ, ਇਹ 'ਚ ਕੋਈ ਮੈਗਨੈਟਿਕ ਪ੍ਰੋਪਰਟੀ ਨਹੀਂ ਰਹਿਣੀ ਹੈ। ਕਿਉਂ? ਕਿਉਂਕਿ ਅਸੀਂ ਇਹ ਲੈ ਕੇ ਚੱਲਦੇ ਕਿ ਵੀ ਉਸ ਮੂਵਮੈਂਟ ਤੇ ਜਦੋਂ ਇਹਨੂੰ ਮੈਂ ਐਸ 'ਚ ਅੱਗ 'ਚ ਸੁੱਟਿਆ ਤੇ ਇਸ ਮਟੀਰੀਅਲ ਦਾ ਜਦੋਂ ਟੈਂਪਰੇਚਰ ਵਧਿਆ ਤੇ ਇਸ ਮਟੀਰੀਅਲ ਨੇ ਮੈਗਨੇਟਿਜ਼ਮ ਲੂਜ਼ ਕਰ ਦੇ, ਕਿਉਂਕਿ ਆਪਾਂ ਨੂੰ ਪਤਾ ਕਿ ਵੀ ਮੈਗਨੇਟ ਆਪਣੀ ਪ੍ਰੋਪਰਟੀ ਮੈਗਨੈਟਿਕ ਪ੍ਰੋਪਰਟੀ ਲੂਜ਼ ਕਰ ਦਿੰਦੀ ਆ, ਖਤਮ ਕਰ ਲੈਂਦੀ, ਠੀਕ ਹੈ, when its temperature is increases beyond a certain limit। ਇੰਨੀ ਗੱਲ ਸਮਝ ਲੱਗ ਰਹੀ? यस सर। यस सर। यस सर। ਕੁਝ ਵਰਡ ਹੋਰ ਐਡ ਕਰਨ ਲੱਗਿਆ, ਕੁਝ ਵਰਡ ਹੋਰ ਐਡ ਕਰਨ ਲੱਗਿਆ, ਕਹਿੰਦਾ ਵੀ ਹੋਇਆ ਕੀ ਹੋਊ ਇਦਾਂ ਦਾ ਕਿ ਅਰਸੀ ਕਹਿੰਦੇ ਕਿ ਵੀ ਇਹਨੇ ਆਪਣਾ ਮੈਗਨੇਟਿਜ਼ਮ ਲੂਜ਼ ਕੀਤਾ। ਉਹ ਕਹਿੰਦਾ ਜੀ ਮੈਗਨੇਟਿਜ਼ਮ ਇਜ਼ ਨਥਿੰਗ, magnetism is nothing but it is an orderly arrangement of a different atom,
ठीक है, इन वन पर्टिकुलर डायरेक्शन। आप एक टॉपिक पढ़िया, ਉਹਦਾ ਨਾਮ ਹੈਗਾ एटम एज ए मैग्नेटिक डाइपोल। अजे फिर एक बार इन्हों दोबारा आप अगले चैप्टर के स्टार्ट च पढ़ांगे। एटम एज ए मैग्नेटिक डाइपोल। एटम एज ए मैग्नेटिक डाइपोल का मतलब है बच्चे कि भी अपने आप च जिहड़ा एटम है ना, इन विच वी अज्यूम ओनली वन इलैक्ट्रॉन इज टू बी प्रेजेंट। ठीक है, कोई भी मटीरियल है ला ਉਹਦੇ ਵਿੱਚ ਅਸੀਂ ਇਹ ਮੰਨ ਕੇ ਚੱਲਦੇ ਘੱਟੋ ਘੱਟ ਇੱਕ ਇਲੈਕਟ੍ਰੋਨ ਤੇ ਹੈਗਾ ਹਾਈਡਰੋਜਨ ਜਿਹੜਾ ਸਭ ਤੋਂ ਸਮੋਲੈਸਟ ਐਲੀਮੈਂਟ ਆ। ਉਹ ਕਹਿੰਦਾ ਪੁੱਤ ਜਦੋਂ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਮੂਵ ਕਰਦਾ ਆਈਦਰ ਇਨ ਐਂਟੀ ਔਰ ਇਨ ਕਲॉकवाइज ਮੈਨਰ, ਤੇ ਮੋਸ਼ਨ ਆਫ ਇਲੈਕਟ੍ਰੋਨ ਇਜ਼ ਇਕੁਇਵਲੈਂਟ ਟੂ ਕਰੰਟ। motion of an electron is equivalent to current and we know current is responsible to produce the magnetism। ਇਹਦਾ ਮਤਲਬ ਆ ਕਿ ਵੀ ਐਟਮ ਦੇ ਅੰਦਰ ਜਿਹੜੇ ਸਰਕੂਲੇਟਿੰਗ ਇਲੈਕਟ੍ਰੋਨ ਆ ਇਹ ਕਰੰਟ ਬਣਾਉਂਦੇ ਔਰ ਉਹ ਕਰੰਟ ਰਿਸਪੌਂਸਿਬਲ ਆ ਤੁਹਾਡੇ ਕੋਲ ਮੈਗਨੇਟਿਜ਼ਮ ਵਾਸਤੇ। ਇਹਦਾ ਮਤਲਬ ਇਹ ਹੋ ਗਿਆ ਕਿਸੇ ਵੀ ਮਟੀਰੀਅਲ ਦੇ ਅੰਦਰ ਕੋਈ ਬਾਰ ਮੈਗਨੇਟ ਲੈ ਲਾ, ਹਨਾ, ਅਸੀਂ ਕਹਿੰਦੇ ਇਹਦੇ ਵਿੱਚ ਜਦੋਂ ਐਸ ਸੱਚ ਕੋਈ ਮਟੀਰੀਅਲ ਮੇਰੇ ਕੋਲ ਮੈਗਨੇਟਾਈਜ਼ ਹੋਏਗਾ। ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਜਿੰਨਾ ਗੱਲ ਤੁਹਾਨੂੰ ਸੌਖੀ ਸਮਝ ਲੱਗੂ। 7th ਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਪੜ੍ਹਦੇ ਸੀ ਬੇਟਾ ਕਿ ਵੀ ਜੇ ਮੇਰੇ ਕੋਲ ਇੱਕ ਆ ਆਇਰਨ ਪੀਸ ਆ, ਇਹਨੂੰ ਮੈਂ ਮੈਗਨੇਟਾਈਜ਼ ਕਰਨਾ, ਕੀ ਕਰੋ, ਆ ਇੱਕ ਬਾਰ ਮੈਗਨੇਟ ਲਵਾਂ, ਇਸ ਬਾਰ ਮੈਗਨੇਟ ਨੂੰ ਇਹਦੇ ਉੱਤੇ ਤੁਸੀਂ ਇੱਕ ਐਜ ਤੇ ਰੱਖ ਕੇ ਇਹਨੂੰ ਰੱਬ ਕਰੋ, ਰੱਬ ਕਰਕੇ ਇਧਰੋਂ ਇਹਨੂੰ ਕਹਿੰਦਾ ਜੀ ਐਸ ਚ ਲਿਜਾ ਕੇ ਤੋਂ ਉੱਪਰ ਚੁੱਕ ਲੈਣਾ, ਫਿਰ ਇਹਨੂੰ ਲਿਆ ਕੇ ਰੱਬ ਕਰਨਾ, ਬੈਕ ਨਹੀਂ ਆਣਾ, ਬੈਕ ਨਹੀਂ ਆਣਾ, ਕਹਿੰਦਾ ਜੀ ਇਧਰੋਂ ਲੈ ਕੇ ਗਿਆ, ਚੁੱਕ ਲਿਆ, ਫਿਰ ਲੈ ਕੇ ਗਿਆ, ਫਿਰ ਰਗੜਿਆ, ਫਿਰ ਰਗੜਿਆ। आफ्टर सम टाइम वी सेड के अंदर जी दिस मटेरियल शो द मैग्नेटिज्म होया कि वो कहना जी क्या ਇਹਦਾ मैग्नेटिज्म ਇਹਦੇ ਅੰਦਰ ਚਲਾ ਗਿਆ? ਅਸੀਂ ਕਹਿੰਦੇ ਨਹੀਂ, ਅਸੀਂ ਕਹਿੰਦੇ ਬੇਸਿਕਲੀ ਕੀ ਚੀਜ਼ ਹੈਗੀ ਆ ਕਿ ਵੀ ਆ ਮਟੀਰੀਅਲ ਜਿਹੜਾ ਵਾ that is made up of atom ਤੇ ਹੋਏਗਾ ਇਹ ਕਿ ਵੀ ਜਦੋਂ ਇਹਦੇ ਅਕ੍ਰੋਸ ਕੋਈ ਮੈਗਨੈਟਿਕ ਫੀਲਡ ਅਪਲਾਈ ਨਹੀਂ ਕੀਤਾ, ਜਿੱਦਾਂ ਡ੍ਰਿਫਟ ਵੈਲੋਸਿਟੀ ਦਾ ਟੌਪਿਕ ਪੜਿਆ ਸੀ, ਤੇ ਇਹਦੇ ਅੰਦਰ ਜਿਹੜੇ ਐਟਮਸ ਨੇ they are oriented in different direction। ਇਹਦੇ ਅੰਦਰ ਜਿਹੜੇ ਐਟਮ ਨੇ ਉਹ ਡਿਫਰੈਂਟ ਡਾਇਰੈਕਸ਼ਨ ਚ ਓਰੀਐਂਟਡ ਆ ਤੇ ਡਿਫਰੈਂਟ ਡਾਇਰੈਕਸ਼ਨ ਚ ਓਰੀਐਂਟਡ ਹੋਣ ਕਰਕੇ ਕਿਸੇ ਇੱਕ ਦੀ ਮੈਗਨੈਟਿਕ ਮੂਵਮੈਂਟ ਅਸੀਂ ਐਟਮ ਨੂੰ ਇੱਥੇ ਇੱਕ ਐਰੋ ਹੈਡ ਨਾਲ ਰਿਪਰੈਜ਼ੈਂਟ ਕਰਦੇ ਨੇ। ਆ ਐਟਮ ਦਾ ਜਨਰਲ ਡਿਸਕ੍ਰਿਪਸ਼ਨ ਦੱਸਿਆ ਤੇ ਇੱਥੇ ਇਹਨੂੰ ਸਿੰਬੋਲਿਕਲੀ ਇੱਕ ਐਰੋ ਹੈਡ ਨਾਲ ਅਸੀਂ ਡਿਫਾਈਨ ਕਰਤਾ। ਤੇ ਉਹ ਕਹਿੰਦਾ ਜੀ ਆਪਣੇ ਆਪ ਚ ਐਟਮ ਡਾਈਪੋਲ ਆ, ਠੀਕ ਹੈ, ਆਪਣੇ ਆਪ ਚ ਐਟਮ ਡਾਈਪੋਲ ਆ ਤੇ ਇਹਦਾ ਮਤਲਬ ਇਹ ਜਿੰਨੇ ਵੀ ਡਾਈਪੋਲਸ ਨੇ ਇਹਨਾਂ ਦੀਆਂ ਡਾਈਪੋਲ ਮੂਵਮੈਂਟ ਜਿਹੜੀਆਂ ਨੇ ਜਦੋਂ ਇਹਦੇ ਤੇ ਕੋਈ ਮੈਗਨੈਟਿਕ ਫੀਲਡ ਅਪਲਾਈ ਨਹੀਂ ਹੋ, ਇਟ ਜਸਟ ਅ ਪੀਸ ਆਫ ਆਇਰਨ, ਹੈ ਨਾ, ਤੇ ਉਸ ਮੂਵਮੈਂਟ ਤੇ ਇਹਨਾਂ ਦੇ ਮੈਗਨੈਟਿਕ ਮੂਵਮੈਂਟ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਕੈਂਸਲ ਹੋ ਜਾਂਦੀਆਂ, ਜਿਹਦੇ ਕਰਕੇ ਇਸ ਮਟੀਰੀਅਲ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਦੀ ਵੈਲਿਊ ਕਿਸੇ ਪਾਰਟਿਕੂਲਰ ਡਾਇਰੈਕਸ਼ਨ 'ਚ 0 ਆ। ਪਰ ਜਦੋਂ ਇਸੇ ਮਟੀਰੀਅਲ ਨੂੰ ਮੈਂ ਮੈਗਨੇਟਾਈਜ਼ ਕੀਤਾ ਤੇ ਮੈਗਨੈਟਿਕ ਮਟੀਰੀਅਲ 'ਚ ਫਰਕ ਇਹ ਆ ਕਿ ਉਹਦੇ ਅੰਦਰ ਸਾਰੇ ਐਟਮ ਜਿਹੜੇ ਨੇ, ਠੀਕ ਹੈ, ਦੇ ਅਲਾਈਨਡ ਇਨ ਦਾ ਸੇਮ ਡਾਇਰੈਕਸ਼ਨ, ਜਿਹਦੇ ਕਰਕੇ ਇਹਨਾਂ ਦੀ ਮੈਗਨੈਟਿਕ ਮੂਵਮੈਂਟ ਕੈਂਸਲ ਹੋਣ ਦੀ ਜਗ੍ਹਾ ਤੇ ਇੱਕ ਦੂਜੇ ਨਾਲ ਐਡ ਹੋ ਜਾਂਦੀ। ਆ ਗੱਲ ਸਮਝ ਲੱਗਦੀ ਵੀ ਜੋ ਦੱਸ ਰਿਹਾ? Yes, sir. Yes, sir. ਸੋ ਅਸੀਂ ਇਹ ਕਿ ਵੀ ਫਿਰ ਐਸ ਸੱਚ ਇੱਕ ਆਰਡਰਲੀ ਅਰੇਂਜਮੈਂਟ ਆਫ ਐਟਮ ਜਿਹੜਾ ਵਾ, ਹਨਾ, ਇਟ ਵਿਲ ਪ੍ਰੋਡਿਊਸ ਸਮ ਫਾਈਨਾਈਟ ਵੈਲਿਊ ਆਫ ਮੈਗਨੇਟਿਜ਼ਮ। ਹੁਣ ਹੋਇਆ ਕਿ ਜੇ ਮੈਂ ਇਹਨੂੰ ਐਸ ਸੱਚ ਅੱਗ 'ਚ ਸੁੱਟ ਦਿੱਤਾ, ਮੀਨ ਇਹਨੂੰ ਮੈਂ ਹੀਟ ਕਰਨਾ ਸ਼ੁਰੂ ਕੀਤਾ, ਹੀਟ એનર્ਜੀ ਦਊਂਗਾ, ਉਹਦੇ ਕਰਕੇ ਕੀ ਹੋਣਾ, ਇਹਦੇ ਐਟਮਸ ਨੂੰ ਕਿਨੈਟਿਕ એનર્ਜੀ ਮਿਲ ਗਈ ਤੇ ਕਿਨੈਟਿਕ એનર્ਜੀ ਦੇ ਮਿਲਣ ਕਰਕੇ ਇਹ ਐਟਮ ਜਿਹੜੇ ਇੱਕ ਡਾਇਰੈਕਸ਼ਨ 'ਚ ਓਰੀਐਂਟਡ ਆ, ਹਨਾ, ਦੇ ਸ਼ੁੱਡ ਬੀ ਕਹਿੰਦਾ ਜੀ ਡਿਸਓਰੀਐਂਟਡ ਇਨ ਦਾ ਡਿਫਰੈਂਟ ਡਾਇਰੈਕਸ਼ਨ, ਡਿਊ ਟੂ ਵਿਚ ਇਹਨਾਂ ਦੇ ਮੈਗਨੇਟਿਜ਼ਮ ਦੀ ਪ੍ਰੋਪਰਟੀ ਜਿਹੜੀ ਉਹ ਲੂਜ਼ ਹੋ ਜਾਏਗੀ। ਕੀ ਆ ਗੱਲ ਸਮਝ ਆਈ? Yes, sir. Yes, sir. ਟੌਪਿਕ ਥਿਊਰੀ ਵਾਈਜ਼ ਆ, ਮੈਥਮੈਟੀਕਲ ਕੁਝ ਨਹੀਂ ਹੈਗਾ, ਐਕਸਪਲੇਨੇਸ਼ਨ ਸਮਝਣ ਵਾਲੀ ਆ, ਸੌ ਨਾ ਜਾਈਓ, ਧਿਆਨ ਨਾਲ ਸਮਝਦੇ ਚੱਲੋ, ਠੀਕ ਹੈ ਜੀ। ਹੁਣ ਆਪਾਂ ਫਿਰ ਇੱਥੇ ਉਹੀ ਚੱਲਿਓ, ਕਹਿੰਦਾ ਜੇ ਅਰਥ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ, ਅਸੀਂ ਇਹ ਅਜ਼ੰਪਸ਼ਨ ਲਿੱਤੀ ਸੀਗੀ ਕਿ ਵੀ ਅਰਥ ਦੇ ਅੰਦਰ ਜਿਹੜੇ ਐਟਮ ਇੱਕ ਹਿਊਜ ਮੈਗਨੇਟ ਦੱਬੀ ਆ, ਉਹ ਅਸੀਂ ਐਸ ਸੱਚ ਪੋਸੀਬਿਲਿਟੀ ਡਿਸਕਾਰਡ ਕੀਤੀ ਇਸ ਬੇਸ ਤੇ ਕਿ ਅਰਥ ਦੀ ਕੋਰ ਦਾ ਟੈਂਪਰੇਚਰ ਬਹੁਤ ਹਾਈ ਆ ਤੇ ਜੇ ਉਹਨੇ ਹਾਈ ਟੈਂਪਰੇਚਰ ਹੈਗਾ ਤੇ ਉਹਨੇ ਹਾਈ ਟੈਂਪਰੇਚਰ ਤੇ ਐਟਮਸ ਨੂੰ ਜਦੋਂ ਕਿਨੈਟਿਕ એનર્ਜੀ ਮਿਲੀ ਆ, ਹਨਾ, ਯਾਨੀ ਉਹ ਡਿਸਓਰੀਐਂਟਡ ਫਾਰਮ 'ਚ ਨਿਕਲ ਜਾਣੇ, ਇਸ ਲਈ ਅਰਥ ਆਪਣਾ ਮੈਗਨੇਟਿਜ਼ਮ ਲੂਜ਼ ਕਰ ਜਾਏ, ਠੀਕ ਹੈ। ਫਿਰ ਅਸੀਂ ਸੈਕਿੰਡ ਉਹਦੀ ਐਕਸਪਲੇਨੇਸ਼ਨ ਜਿਹੜੀ ਆ, ਇਦਾਂ ਬਹੁਤ ਸਾਰੀਆਂ ਐਕਸਪਲੇਨੇਸ਼ਨ ਡਿਫਰੈਂਟ ਸਾਇੰਟਿਸਟ ਨੇ ਦਿੱਤੀਆਂ ਹੋਈਆਂ ਬੇਟਾ, ਆਪਾਂ ਉਹਨਾਂ ਚੋਂ 1 ਤੋਂ 2 ਦੀ ਗੱਲ ਕਰਾਂਗੇ। ਫਿਰ ਇੱਕ ਉਹਦੀ ਪੋਸੀਬਲ ਐਕਸਪਲੇਨੇਸ਼ਨ ਜਿਹੜੀ ਅਸੀਂ ਲੈ ਕੇ ਚੱਲਦੇ ਉਹ ਇਹ ਆ ਕਿ ਵੀ ਅਸੀਂ ਕਹਿੰਦੇ ਜੀ ਐਟਮ ਦੇ ਇਸ ਅਰਥ ਦੇ ਅੰਦਰ ਜਿਹੜੀ ਇਹਦੀ ਕੋਰ ਹੈਗੀ ਆ
ठीक है 3000 किलोमीटर डेप्थ ते चल जाओ उस तो नीचे वाला जिहड़ा मोल्टन पीस मेरे कोल हैगा कोर दा ਉਹ ਕਹਿੰਦਾ ਉਹਦੇ ਅੰਦਰ ਜਿਹੜੇ ਐਟਮ ਮੇਰੇ ਕੋਲ ਤੇ ਆਇਨ ਜਿਹੜੇ ਨੇ ਹਨਾ ਅਸੀਂ ਕਹਿੰਦੇ ਜੀ ਉਸ ਹਾਈ ਟੈਂਪਰੇਚਰ ਤੇ ਜਿਹੜਾ ਮੋਲਟਨ ਮਟੀਰੀਅਲ ਆ ਹਨਾ ਉਹ ਆਇਓਨਾਈਜ਼ ਫਾਰਮ ਚ ਵੀ ਅਵੇਲੇਬਲ ਤੇ ਉਹ ਕਹਿੰਦਾ ਜੀ ਉਹਦੇ ਅੰਦਰ ਜਿਹੜੇ ਆਇਨਸ ਨੇ ਠੀਕ ਹੈ ਦੇ ਆਰ ਪ੍ਰੋਡਿਊਸਿੰਗ ਦਾ ਕਰੰਟ ਠੀਕ ਹੈ ਅਸੀਂ ਕਹਿੰਦੇ ਅਰਥ ਦੇ ਅੰਦਰ ਉਹ ਕਰੰਟ ਪ੍ਰੋਡਿਊਸ ਕਰਦੇ and that current is responsible due to कहना जी and that current is responsible to produce the magnetism यानी अर्थ दी रोटेशन ਜਿਹੜੀ ਆ ਦੋ ਚੀਜ਼ਾਂ ਲੈ ਰਹੇ ਆ ਬੇਟਾ अर्थ दी रोटेशन ਜਿਹੜੀ ਆਪਣੇ ਐਕਸਿਸ ਦੇ ਉੱਪਰ ਹੈਗੀ ਆ ਹਨਾ ਉਹਦੇ ਕਰਕੇ ਅਸੀਂ ਮੰਨਦੇ ਆ ਕਿ ਵੀ अर्थ ਦੀ ਰੋਟੇਸ਼ਨ ਤੇ अर्थ ਦੀ ਅਰਾਊਂਡ ਦਾ ਸਨ ਰੈਵੋਲੂਸ਼ਨ ਉਹ ਕਹਿੰਦਾ ਉਹਦੇ ਕਰਕੇ अर्थ ਦੀ ਜਿਹੜੀ ਮੋਲਟਨ ਕੋਰ ਆ ਨਾ ਉਹਦੇ ਵਿੱਚ ਮੇਰੇ ਕੋਲ ਐਸ ਸੱਚ ਐਟਮਸ ਤੇ ਆਇਨਸ ठीक है they are continuously in motion and motion of ion or कहना जी atom ठीक है they will produce the कहना जी equivalent current and that current is responsible to produce the magnetism ਇਹਦੀ ਉਹਨਾਂ ਨੇ possible explanation ਇਦਾਂ ਵੀ ਜੋੜ ਦਿੱਤੀ ਕਿ ਅਸੀਂ ਕੁਝ ਇੱਕ ਹੋਰ planet ਜਾਂ ਕਿਸੇ ਹੋਰ ਚੀਜ਼ ਦੀ ਸਟੱਡੀ ਕਰੀਏ ਤੇ ਜੇ ਉਹਦੀ motion as such zero ਆ ਠੀਕ ਹੈ ਕਿਸੇ planet ਦੀ ਜਾਂ ਕਿਸੇ ਕਹਿੰਦਾ ਜੀ ਹੋਰ object ਦੀ spatial object ਦੀ ਸਟੱਡੀ ਕਰਦੇ ਜਿਹਦਾ ਮੈਗਨੇਟਿਜ਼ਮ ਹੈ ਨਹੀਂ ਉਹ ਕਹਿੰਦਾ ਜੀ ਉਹਦਾ ਅਸੀਂ ਆਬਜ਼ਰਵ ਕਰਦੇ ਪਏ ਕਿ ਵੀ ਉਹਦੇ ਅੰਦਰ ਰੋਟੇਸ਼ਨ ਨਹੀਂ ਹਨਾ ਤੇ ਇਸ ਕਰਕੇ ਉਹਦੇ ਅੰਦਰ ਮੈਗਨੇਟਿਜ਼ਮ ਨਹੀਂ ਤੇ ਜੇ ਕਿਸੇ ਹੋਰ ਪਲੈਨਟ ਦੀ ਲਈਏ ਜਿੱਦਾਂ ਜੁਪੀਟਰ ਆ ਉਹਦੀ ਰੋਟੇਸ਼ਨ ਅਸੀਂ ਮੰਨੀਏ ਅਰਥ ਤੋਂ ਫਾਸਟ ਆ ਠੀਕ ਹੈ ਤੇ ਉਹਦਾ ਮੈਗਨੇਟਿਜ਼ਮ ਜਿਹੜਾ ਹੈਗਾ ਉਹ ਅਰਥ ਤੋਂ ਜ਼ਿਆਦਾ ਸਟਰੋਂਗਰ ਵੀਨਸ ਦਾ ਲੈ ਲਵਾਂ ਤੇ ਵੀਨਸ ਦੀ ਰੋਟੇਸ਼ਨ ਅਰਥ ਤੋਂ ਸਲੋ ਆ ਅਸੀਂ ਮੰਨ ਲੈਂਦੇ ਜੀ ਉਹਦਾ ਮੰਨ ਲਓ ਮੈਗਨੇਟਿਜ਼ਮ ਜਿਹੜਾ ਅਰਥ ਤੋਂ ਵੀਕਰ ਆ ਉਹ ਕਹਿੰਦਾ one of the possible cause for the earth magnetism is कहना rotation of earth about its own axis due to which कहना जी molten material present inside the core of earth that will produce the current and that current is responsible to produce the magnetism क्या इन्नी गल क्लियर है Yes, sir. Yes, sir. Yes, sir. ਜਿੰਨੀ ਗੱਲ ਆਪਾਂ ਕਰਦੇ ਪਏ ਇਹ ਚ ਆਪਾਂ ਦੋ ਚੀਜ਼ਾਂ ਕਰ ਰਹੇ ਠੀਕ ਹੈ ਜੀ ਬੁੱਕ ਦੇ ਹਿਸਾਬ ਨਾਲ ਚੱਲਾਂ ਤੇ ਇੱਕ ਪੇਜ ਮਸਾ ਆਪਣਾ ਹੋਇਆ ਠੀਕ ਹੈ ਜੀ ਕਿ ਵੀ ਅਰਥ ਮੈਗਨੇਟਿਜ਼ਮ ਉਹਦੇ ਐਕਸਪੈਰੀਮੈਂਟਲ ਐਵੀਡੈਂਸਸ ਕਿਹੜੇ ਤੇ ਪੋਸੀਬਲ ਕਾਜ਼ਸ ਆਫ ਅਰਥ ਮੈਗਨੇਟਿਜ਼ਮ ਕਿਹੜੇ ਆ ਹੁਣ ਅਗਲੀ ਗੱਲ ਸ਼ੁਰੂ ਕਰ ਰਹੇ ਹਾਂ ਠੀਕ ਹੈ ਜੀ ਜਿਹਦੇ ਲਈ ਉਹ ਤੁਹਾਨੂੰ ਵੀਡੀਓਜ਼ ਤੇ ਲੈ ਕੇ ਜਾਵਾਂਗਾ ਕਹਿੰਦਾ ਪੁੱਤ ਮੈਗਨੈਟਿਕ ਐਲੀਮੈਂਟ ਆਫ ਅਰਥ ਕਹਿੰਦਾ ਟੌਪਿਕ ਕੀ ਹੋਏਗਾ ਮੈਗਨੈਟਿਕ ਐਲੀਮੈਂਟ ਆਫ ਅਰਥ ਦੀ ਜੇ ਗੱਲ ਕਰਾਂ ਤੇ ਉਹਦਾ ਮਤਲਬ ਇਹ ਆ ਕਿ ਵੀ ਅਸੀਂ ਅਰਥ ਦੀ ਕਿਸੇ ਵੀ ਲੋਕੇਸ਼ਨ ਨੂੰ ਜਦੋਂ ਮਾਰਕ ਕਰਨਾ ਵਾ ਹਨਾ ਤੇ ਇੱਕ ਚੀਜ਼ ਤੁਸੀਂ ਪੜ੍ਹੀ ਆ ਲੈਟੀਟਿਊਡ ਤੇ ਲੌਂਗੀਟਿਊਡ ਆਪਾਂ ਜੀਓਗ੍ਰਾਫੀ ਸਾਰਿਆਂ ਨੇ ਲੋਅਰ ਕਲਾਸ ਪੜ੍ਹੀ ਹੋਈ ਆ ਹਨਾ ਅਸੀਂ ਐਸਾ ਚ ਕਿਸੇ ਵੀ ਹੁਣ ਤੁਸੀਂ ਅੱਜ ਕੱਲ ਮੋਬਾਈਲ ਦੇ ਵਿੱਚ ਅਸੀਂ ਜੀਪੀਐਸ ਸੈਟੇਲਾਈਟ ਆਪਣੇ ਲੱਗਿਆ ਹੁੰਦਾ ਜੀਪੀਐਸ ਠੀਕ ਹੈ ਜੀ ਤੇ ਕਿਤੇ ਵੀ ਲੋੜ ਪੈਂਦੀ ਠੀਕ ਹੈ ਜਦੋਂ ਅਸੀਂ ਕਿਸੇ ਥਾਂ ਦਾ ਉੱਥੇ ਭਰਦੇ ਆ ਹਨਾ ਨਾਮ ਭਰ ਦਿੰਦੇ ਆ ਤੇ ਉਹ ਪੁੱਤ ਉਸ ਜਗ੍ਹਾ ਨੂੰ ਜਦੋਂ ਲੋਕੇਟ ਕਰਦਾ ਵਾ ਹਨਾ ਉੱਥੇ ਉਹਦਾ ਲੈਟੀਟਿਊਡ ਕਿੰਨਾ ਉਹਦਾ ਲੌਂਗੀਟਿਊਡ ਕਿੰਨਾ ਉਹ ਡਿਫਾਈਨਡ ਠੀਕ ਆ ਹੁਣ ਇਸੇ ਤਰ੍ਹਾਂ ਇੱਕ ਐਗਜ਼ਾਮਪਲ ਇਹ ਲੈ ਰਿਹਾ ਕਿ ਵੀ ਮੰਨ ਲਓ ਤੁਸੀਂ ਕਪੂਰਥਲੇ ਜਿਹੜਾ ਵਾ ਉਹ ਦਿੱਲੀ ਜਾਣਾ ਹੁਣ ਕਪੂਰਥਲੇ ਦਿੱਲੀ ਜੇ ਮੈਂ ਬਾਏ ਰੋਡ ਜਾਣਾ ਤੇ ਪੁੱਤ ਜਗ੍ਹਾ ਜਗ੍ਹਾ ਤੇ ਸਾਈਨ ਲੱਗੇ ਹੋਏ ਆ ਜਿੱਥੋਂ ਮੈਨੂੰ ਪਤਾ ਲੱਗਦਾ ਕਿ ਵੀ ਇਹ ਕਪੂਰਥਲੇ ਰੋਡ ਜਿਹੜੀ ਜਲੰਧਰੋਂ ਲੁਧਿਆਣਿਓਂ ਆਪਾਂ ਅੰਬਾਲਿਓਂ ਦਿੱਲੀ ਜਾਂਦੇ ਪਏ ਠੀਕ ਹੈ ਜੇ ਮੈਂ ਗਲਤ ਰੂਟ ਤੇ ਹੋਣ ਲੱਗੂਗਾ ਤੇ ਮੈਨੂੰ ਲੋਕੇਸ਼ਨ ਮਿਲ ਜਾਂਦੀ ਕਿ ਵੀ ਆਪਾਂ ਗਲਤ ਪਾਸੇ ਨੂੰ ਚੱਲਦੇ ਪਏ ਇਨ ਦਾ ਸਿਮਿਲਰ ਵੇ ਜੇ ਮੈਂ ਬਾਏ 에ਅਰ ਜਾਣਾ ਹੋਵੇ ਕਪੂਰਥਲੇ ਦਿੱਲੀ ਜਾਂ ਮੈਂ ਕਪੂਰਥਲੇ ਕੈਨੇਡਾ ਜਾਣਾ ਹੋਵੇ ਜਾਂ ਕਿਸੇ ਵੀ ਥਾਂ ਤੇ ਜਾਣਾ ਹੋਵੇ ਠੀਕ ਹੈ ਬਾਏ 에ਅਰ ਜਾਣਾ ਜਾਂ ਬਾਏ ਕਹਿੰਦਾ ਜੀ ਸ਼ਿਪ ਜਾਣਾ ਤੇ ਉੱਥੇ ਤਾਂ ਫਿਰ ਸਾਡੇ ਕੋਲ ਕੋਈ ਸੀ ਰੂਟ ਜਾਂ ਐਸਐਚ 에ਅਰ ਰੂਟ ਨਹੀਂ ਹੈਗੇ ਉੱਥੇ ਤਾਂ ਕੋਈ ਰੋਡ ਨਹੀਂ ਬਣੀ ਹੋਈ ਕਹਿੰਦਾ ਜੀ ਉਹਨਾਂ ਰੂਟ ਤੇ ਫਿਰ ਅਸੀਂ ਜਦੋਂ ਮੂਵ ਕਰਦੇ ਹਾਂ ਤੇ ਅਸੀਂ ਜਿਹੜੇ ਪਲੇਸ ਤੇ ਪਹੁੰਚਣਾ ਵਾ ਮੰਨ ਲਓ ਜੇ ਮੈਂ ਐਸਐਚ ਕੈਨੇਡਾ ਜਾਣਾ ਪਿਆ ਠੀਕ ਹੈ ਤੇ ਕੈਨੇਡਾ ਦੇ ਮੈਂ ਟੋਰਾਂਟੋ ਸ਼ਹਿਰ ਜਾਣਾ ਠੀਕ ਹੈ ਤੇ ਜਦੋਂ ਇੱਥੋਂ ਜਹਾਜ਼ ਮੈਨੂੰ ਲੈ ਕੇ ਜਾਊਗਾ ਨਾ ਤੇ ਉਹ ਮੈਨੂੰ ਸਿੱਧਾ ਟੋਰਾਂਟੋ ਲਾਂਦਾ ਇਹ ਨਹੀਂ ਕਿ ਵੀ ਉਹ ਮੈਨੂੰ ਵੈਨਕੂਵਰ ਲੈ ਕੇ ਜਾ ਰਿਹਾ ਉਹ ਕਹਿੰਦਾ ਪੁੱਤ ਉਸ ਇਨਸਟੈਂਟ ਦੇ ਉੱਤੇ ਹਨਾ ਉਹ ਸੇਮ ਲੋਕੇਸ਼ਨ ਸਾਨੂੰ ਕਿੱਦਾਂ ਮਿਲਦੀ ਹੈ ਤੇ ਫਿਰ ਉੱਥੇ ਅਸੀਂ ਇੱਕ ਵਰਡ ਲੈਨੇ ਠੀਕ ਹੈ ਇਹਦੇ ਸ਼ਿਪ ਵਾਲੀ ਵੀ ਸੇਮ ਐਗਜ਼ਾਮਪਲ ਆ ਕਿ ਸਮੁੰਦਰ 'ਚ ਤੁਰੇ ਜਾਂਦੇ ਆਪਾਂ ਨੂੰ ਕੀ ਪਤਾ ਕਿ ਇੱਥੋਂ 10 ਡਿਗਰੀ ਮੁੜਨਾ ਕਿ 12 ਡਿਗਰੀ ਮੁੜ ਕੇ ਸ਼ਹਿਰ ਆਣਾ ਇਹਨਾਂ ਸਾਰੇ ਕੇਸਿਸ ਦੇ ਅੰਦਰ ਇੱਕ ਚੀਜ਼ ਕਾਮਨ ਹੋਏਗੀ ਕਿ ਅਸੀਂ ਐਸ ਸੱਚ ਉਸ ਮੂਵਮੈਂਟ ਤੇ ਮੈਗਨੈਟਿਕ ਮੈਪ ਜਿਹੜੇ ਨੇ ਸਾਡੇ ਇੱਕ ਸਾਡੇ ਜੀਓਗ੍ਰਾਫੀਕਲ ਮੈਪ ਹੋ ਗਏ ਠੀਕ ਆ ਇੱਕ ਸਾਡੇ ਮੈਗਨੈਟਿਕ ਮੈਪ ਹੋ ਗਏ ਅਸੀਂ ਕਹਿੰਦੇ ਕਿ ਜਦੋਂ ਸ਼ਿਪ ਮੂਵ ਕਰਦਾ ਜਾਂ ਜਦੋਂ ਐਰੋਪਲੇਨ ਮੂਵ ਕਰਦਾ ਪਿਆ ਹਨਾ ਉਹ ਐਸ ਸੱਚ ਮੈਗਨੈਟਿਕ ਕੰਪਸ ਨੀਡਲ ਦੀ ਹੈਲਪ ਨਾਲ ਮੂਵ ਕਰਦੇ
ਇਹਦਾ ਮਤਲਬ ਆ ਅਸੀਂ ਕੰਪਸ ਨੀਡਲ ਦੀ ਹੈਲਪ ਨਾਲ ਕਹਿੰਦਾ ਜੀ ਲੋਕੇਟ ਕਰਦੇ ਆ, ਠੀਕ ਹੈ, ਕਿ ਕਿਹੜੀ ਲੋਕੇਸ਼ਨ ਕਿੰਨੇ ਡਿਗਰੀ ਕਿੱਧਰ ਨੂੰ ਹੈਗੀ ਹੈ। ਇੱਕ ਹੋਰ ਐਗਜ਼ਾਮਪਲ ਦੇ ਦੇਣਾ, ਜਿੱਦਾਂ ਆਰਮੀ ਨੂੰ ਕਈ ਵਾਰੀ ਆਰਮੀ ਪਰਸਨਸ ਦੀ ਟ੍ਰੇਨਿੰਗ ਦਾ ਇੱਕ ਪਾਰਟ ਆਂਦਾ ਕਿ ਵੀ ਉਹਨਾਂ ਨੂੰ ਐਸਐਚ ਜੰਗਲ ਦੇ ਵਿੱਚ ਜੇ ਛੱਡ ਦਿੰਦੇ ਹੋ ਜਾਂ ਮੰਨ ਲਓ ਕਿਸੇ ਜਗ੍ਹਾ ਤੇ ਛੱਡ ਦਿੰਦੇ, ਨਾਲ ਉਹਨਾਂ ਨੂੰ ਇੱਕ ਮੈਪ ਤੇ ਨਾਲ ਕੰਪਸ ਨੀਡਲ ਦੇ ਦਿੰਦੇ, ਠੀਕ ਹੈ, ਤੇ ਨਾਲ ਉਹਨਾਂ ਨੂੰ ਐਸਐਚ ਕੋਈ ਡਿਸਟੈਂਸ ਮੇਜਰ ਕਰਨ ਵਾਲਾ ਇਨਸਟਰੂਮੈਂਟ ਦੇ ਦਿੱਤਾ। ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਵੀ ਤੁਸੀਂ 12 ਕਿਲੋਮੀਟਰ ਜਿਹੜਾ ਵਾ ਪਹਿਲਾਂ ਨਾਰਥ ਵੱਲ ਜਾਣਾ, ਫਿਰ 13 ਕਿਲੋਮੀਟਰ ਤੁਸੀਂ ਨਾਰਥ ਈਸਟ ਵੱਲ ਜਾਣਾ ਜਾਂ ਸੋ ਔਨ। ਹੁਣ ਉਦੋਂ ਜਦੋਂ ਉਹ ਮੂਵ ਕਰਦੇ ਪਏ ਆ ਤੇ ਉਹ ਉਸ ਮੂਵਮੈਂਟ ਤੇ ਕੰਪਸ ਨੀਡਲ ਲੈ ਕੇ ਜਦੋਂ ਚੱਲਦੇ ਪਏ ਤੇ ਉਹ ਜਿਓਗ੍ਰਾਫਿਕ ਡਾਇਰੈਕਸ਼ਨਾਂ ਨਹੀਂ ਦੇਖਦੇ ਪਏ, ਠੀਕ ਹੈ, ਉਹ ਜਿਓਗ੍ਰਾਫਿਕ ਡਾਇਰੈਕਸ਼ਨਸ ਨਹੀਂ ਦੇਖ ਰਹੇ, ਉਹ ਉਸ ਇਨਸਟੈਂਟ ਤੇ ਮੈਗਨੈਟਿਕ ਡਾਇਰੈਕਸ਼ਨਸ ਜਿਹੜੀਆਂ ਨੇ, ਮੈਗਨੈਟਿਕ ਨਾਰਥ ਸਾਊਥ ਪੋਲ ਜਿਹੜੇ ਨੇ, ਜਿਓਗ੍ਰਾਫਿਕ ਨਾਰਥ ਸਾਊਥ ਪੋਲ ਹੋਰ ਡਾਇਰੈਕਸ਼ਨ ਚ ਆ, ਮੈਗਨੈਟਿਕ ਨਾਰਥ ਸਾਊਥ ਪੋਲ ਦੀ ਡਾਇਰੈਕਸ਼ਨ ਜਿਹੜੀ ਉਹ ਜਿਓਗ੍ਰਾਫਿਕ ਪੋਲ ਨਾਲੋਂ ਡਿਫਰੈਂਟ ਆ। ਇਹਦਾ ਮਤਲਬ ਸਾਰੇ ਦੇ ਸਾਰੇ ਮੈਪ ਜਦੋਂ ਅਸੀਂ ਬਣਾਣੇ ਆ ਹਨਾ, ਤੇ ਉਹਨਾਂ ਮੈਗਨੈਟਿਕ ਮੈਪ ਦੀ ਫਾਰਮੇਸ਼ਨ ਵੇਲੇ ਸਾਨੂੰ 3 ਮੈਗਨੈਟਿਕ ਐਲੀਮੈਂਟ ਚਾਹੀਦੇ ਆ, ਜਿਹਦੇ ਬੇਸ ਤੇ ਅਸੀਂ ਦੱਸਦੇ ਹਾਂ ਕਿ ਵੀ ਆਹ ਪਲੇਸ ਜਿਹੜਾ ਵਾ, ਠੀਕ ਹੈ ਜੀ, ਇਹ ਮੇਰੇ ਕੋਲ ਐਸਐਚ ਕਿੰਨਾ ਐਂਗਲ ਆਫ ਡੈਕਲੀਨੇਸ਼ਨ ਦੇਗਾ, ਕਿੰਨਾ ਐਂਗਲ ਆਫ ਡਿਪ ਦੇਗਾ, ਇਸ ਥਾਂ ਤੇ ਅਰਥ ਦੇ ਮੈਗਨੈਟਿਕ ਫੀਲਡ ਦਾ ਹੌਰੀਜ਼ੌਂਟਲ ਕੰਪੋਨੈਂਟ ਕਿੰਨਾ ਹੋਏਗਾ, ਠੀਕ ਹੈ। ਇਹਨਾਂ ਕੁਝ ਟਰਮਸ ਦੇ ਬਿਹਾਫ ਤੇ ਅਸੀਂ ਫਿਰ ਡਿਫਾਈਨ ਕਰਦੇ ਆ ਕਿ ਵੀ ਆਹ ਲੋਕੇਸ਼ਨ ਜਿਹੜੀ ਆ, ਮੰਨ ਲਓ ਕਪੂਰਥਲਾ ਵਾ, ਅਸੀਂ ਉਹਦੀ ਲੋਕੇਸ਼ਨ ਦਿੰਨੇ ਕਿ ਵੀ ਇਹ ਕਿੰਨੇ ਡਿਗਰੀ ਡੈਕਲੀਨੇਸ਼ਨ ਤੇ ਆ, ਕਿੰਨੇ ਡਿਗਰੀ ਇਹਦਾ ਐਂਗਲ ਆਫ ਡਿਪ ਵਾ, ਤੇ ਇਸ ਕਪੂਰਥਲਾ ਦੇ ਆਹ ਲੋਕੇਸ਼ਨ ਤੇ ਕਿੰਨਾ ਅਰਥ ਦੇ ਮੈਗਨੈਟਿਕ ਫੀਲਡ ਦਾ ਹੌਰੀਜ਼ੌਂਟਲ ਕੰਪੋਨੈਂਟ ਆ। ਉਹਨਾਂ ਟਰਮਸ ਨੂੰ ਲੈ ਕੇ ਅਸੀਂ ਮੈਗਨੈਟਿਕ ਮੈਪ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਬਿਲਡ ਅਪ ਕਰਦੇ, ਫਿਰ ਉਹ ਅਸੀਂ ਉਹਦੇ ਬਿਹਾਫ ਦੇ ਉੱਤੇ ਪੂਰੇ ਅਰਥ ਦੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਨੇ ਉਹ ਅਸੀਂ ਮਾਰਕ ਕਰਦੇ ਹਾਂ ਕਿ ਵੀ ਆਹ ਲੋਕੇਸ਼ਨ ਜਿਹੜੀਆਂ ਨੇ, ਮੰਨ ਲਓ ਟੋਰਾਂਟੋ ਆ, ਠੀਕ ਹੈ, ਤਾਂ ਅਸੀਂ ਕਹੀਏ ਜੀ ਟੋਰਾਂਟੋ ਜਿਹੜਾ ਉੱਥੇ ਐਂਗਲ ਆਫ ਡੈਕਲੀਨੇਸ਼ਨ ਇੰਨਾ ਵਾ ਜੀ, ਉਹਦੀ ਕੁਝ ਵੈਲਿਊ ਆ, ਐਂਗਲ ਆਫ ਡਿਪ ਦੀ ਕੁਝ ਵੈਲਿਊ ਆ, ਤੇ ਅਰਥ ਦੇ ਹੌਰੀਜ਼ੌਂਟਲ ਕੰਪੋਨੈਂਟ ਦੀ ਵੈਲਿਊ ਇੰਨੀ ਹੈ। ਇਦਾਂ ਹੀ ਅਸੀਂ ਅਰਥ ਦੀਆਂ ਬਾਕੀ ਹੋਰ ਲੋਕੇਸ਼ਨਾਂ ਲੱਭਦੇ ਹਾਂ ਜਿੱਥੇ ਉਹ ਸੇਮ ਐਂਗਲ ਆਫ ਡਿਪ, ਐਂਗਲ ਆਫ ਡੈਕਲੀਨੇਸ਼ਨ ਤੇ ਹੌਰੀਜ਼ੌਂਟਲ ਵੈਲਿਊ, ਉਹਨਾਂ ਸਾਰੇ ਪਲੇਸਿਸ ਨੂੰ ਜੁਆਇਨ ਕਰਕੇ ਅਸੀਂ ਕੁਝ ਲਾਈਨ ਡਰਾ ਕਰਦੇ ਹਾਂ, ਠੀਕ ਹੈ ਜੀ, ਆਪਣੇ ਐਸਐਚ ਮੈਗਨੈਟਿਕ ਮੈਪ ਦੇ ਅੰਦਰ, ਠੀਕ ਹੈ। ਉਹਨਾਂ ਲਾਈਨਸ ਨੂੰ ਅਸੀਂ ਕੁਝ ਨਾਮ ਦਿੰਨੇ ਕਿ ਵੀ ਆਹ ਸਾਰੇ ਅਰਥ ਦੇ ਪਲੇਸ ਆ, ਇਹਨਾਂ ਥਾਵਾਂ ਤੇ ਐਂਗਲ ਆਫ ਡੈਕਲੀਨੇਸ਼ਨ ਦੀ ਵੈਲਿਊ ਸੇਮ ਆ, ਅਸੀਂ ਕਹਿੰਦੇ ਜੀ ਇਹ ਆਈਸੋਗੋਨਿਕ ਲਾਈਨ ਆ, ਠੀਕ ਹੈ। ਇਸੇ ਤਰ੍ਹਾਂ ਅਸੀਂ ਕਹਿੰਦੇ ਆਈਸੋਡਾਇਨਾਮਿਕ ਲਾਈਨ ਆ, ਇਸੇ ਤਰ੍ਹਾਂ ਅਸੀਂ ਕਹਿੰਦੇ ਆਈਸੋਕਲਿਨਿਕ ਲਾਈਨ ਆ। ਇਹਨਾਂ ਸਾਰੀਆਂ ਟਰਮਸ ਨੂੰ ਅਸੀਂ ਜਦੋਂ ਨੋਟ ਕਰਦੇ ਤੇ ਫਿਰ ਅਸੀਂ ਮੈਗਨੈਟਿਕ ਮੈਪ ਆਪਣੇ ਬਿਲਡ ਅਪ ਕਰਦੇ ਹਾਂ। ਕਿਆ ਇੰਨੀ ਗੱਲ ਸਮਝ ਲੱਗੀ? Yes, sir. ਮੈਂ ਬਿਲਕੁਲ ਜਨਰਲ ਥਿਊਰੀ ਲੈ ਕੇ ਚੱਲਿਆ ਵਾਂ, ਠੀਕ ਹੈ। ਹਜੇ ਇਹਦੇ ਵਿਚਲੇ ਟਰਮਸ ਕੀ ਆਣੀਆਂ, ਹੁਣ ਇੱਕ ਵਾਰੀ ਪਹਿਲਾਂ ਆਪਾਂ ਉਹ ਵੀਡੀਓਜ਼ ਨਾਲ ਦੇਖਦੇ, ਠੀਕ ਹੈ, ਉਸ ਤੋਂ ਬਾਅਦ ਕੰਟੀਨਿਊ ਕਿਉਂ ਕਰਾਂਗੇ ਬੇਟਾ। ਓਕੇ ਜੀ।